Hello students. So in this lecture we would be understanding future internet technologies. इस लेक्चर में हम वो इंटरनेट की टेक्नोलॉजीज़ अंडरस्टैंड करने की कोशिश करेंगे जो फ्यूचर में हमारे IoT इंटरनेट ऑफ थिंग्स की ग्रोथ में हेल्पफुल हो सकते हैं एंड विच could prove helpful to the IoT devices and the IoT architecture. So we'll be covering 5 major technologies. हम 5 ऐसी टेक्नोलॉजीज़ जो लेटेस्ट हैं, जो इन ईयर्स में डेवलप हो रही हैं, दे आर ग्रोइंग, उनकी बात करेंगे, विच इंक्लूड क्लाउड कंप्यूटिंग, बिग डाटा, मशीन लर्निंग, सिमेंटिक वेब एंड वायरलेस सेंसर नेटवर्क्स. अब ये ऐसी टेक्नोलॉजीज़ हैं जिनमें बहुत सारी रिसर्च हो रही है. वी आर लुकिंग इनटू द न्यू थिंग्स इन दीज टेक्नोलॉजीज़ एंड दीज आर द लेटेस्ट वंस. हम कोशिश करेंगे, वैसे तो ये सारी टेक्नोलॉजीज़ अपने आप में फुल फ्लेड्ज सब्जेक्ट्स हैं, बट वील ट्राई टू ग्रास्प एन आइडिया. हम ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਟੈਕਨੋਲੋਜੀਜ਼ ਕੀ ਨੇ ਅਤੇ IoT ਦੇ ਵਿੱਚ ਕਿੱਦਾਂ ਹੈਲਪਫੁਲ ਹੋ ਸਕਦੀਆਂ ਨੇ. ਤਾਂ ਆਪਾਂ ਸਟਾਰਟ ਕਰਦੇ ਕਲਾਊਡ ਕੰਪਿਊਟਿੰਗ ਤੋਂ. ਲਾਸਟ ਟਾਈਮ ਜਦੋਂ ਆਪਾਂ ਲੈਕਚਰ ਦੇਖ ਰਹੇ ਸੀ ਕਿ ਵਾਟ ਆਰ ਦੀ ਚੈਲੰਜਸ ਆਫ IoT, ਉਦੋਂ ਵੀ ਆਪਾਂ ਕਲਾਊਡ ਦੀ ਗੱਲ ਕੀਤੀ ਸੀ ਕਿ IoT ਐਪਲੀਕੇਸ਼ਨ ਦੇ ਵਿੱਚ ਆਪਾਂ ਕਲਾਊਡ ਨੂੰ ਯੂਜ਼ ਕਰ ਸਕਦੇ ਹਾਂ. ਉਦੋਂ ਮੈਂ ਤੁਹਾਨੂੰ ਬਹੁਤ ਸਿੰਪਲ ਟਰਮਸ ਵਿੱਚ ਸਮਝਾਇਆ ਸੀ ਕਿ ਮੇਬੀ ਕਲਾਊਡ ਦੇ ਉੱਤੇ ਆਪਾਂ ਆਪਣਾ ਡਾਟਾ ਸਟੋਰ ਕਰ ਸਕਦੇ ਹਾਂ. ਕਿਉਂਕਿ ਬਹੁਤ ਜ਼ਿਆਦਾ ਡੇਟਾ, ਇਨੋਰਮਸ ਅਮਾਊਂਟ ਆਫ ਡਾਟਾ ਜਨਰੇਟ ਹੁੰਦਾ ਕਿਸੇ ਵੀ IoT ਐਪਲੀਕੇਸ਼ਨ ਦੇ ਵਿੱਚ ਜਿਹੜੀ ਯੂਜ਼ ਹੋ ਰਹੀ ਹੈ, ਕਿਉਂਕਿ ਆਪਾਂ ਡਾਟਾ ਕੰਟੀਨਿਊਸਲੀ ਰਿਕਾਰਡ ਕਰ ਰਹੇ, ਸੈਂਸਰਸ ਕੰਟੀਨਿਊਸਲੀ ਡਿਟੈਕਟ ਕਰ ਰਹੇ ਹਾਂ. ਹੁਣ ਉਸ ਡਾਟਾ ਨੂੰ ਸਟੋਰ ਕਰਨ ਲਈ ਮੇਬੀ ਤੁਹਾਨੂੰ ਬਹੁਤ ਜ਼ਿਆਦਾ ਮੈਮਰੀ ਚਾਹੀਦੀ ਹੈ, ਐਂਡ ਮੈਮਰੀ ਇਜ਼ ਐਕਸਪੈਂਸਿਵ. ਤਾਂ ਵਾਟ ਯੂ ਕੈਨ ਡੂ ਕਿ ਤੁਸੀਂ ਆਪਣੇ ਜਗ੍ਹਾ 'ਤੇ, ਆਪਣੇ ਕੰਪਿਊਟਰ 'ਤੇ ਉਹ ਡਾਟਾ ਨਹੀਂ ਸਟੋਰ ਕਰ ਸਕਦੇ, ਇਸ ਲਈ ਤੁਸੀਂ ਪੇਡ ਸਰਵਿਸ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਦੀ ਮੈਮਰੀ ਯੂਜ਼ ਕਰ ਸਕਦੇ. ਫੋਰ ਐਗਜ਼ਾਮਪਲ ਅੱਜ ਕੱਲ੍ਹ ਗੂਗਲ, ਮਾਈਕਰੋਸੋਫਟ, ਐਮਾਜ਼ੋਨ ਆਪਣੀਆਂ ਐਕਸਟਰਨਲ ਮੈਮਰੀਜ਼ ਦਿੰਦੇ ਨੇ. ਤਾਂ ਉੱਥੋਂ ਇੱਕ ਕਲਾਊਡ ਦਾ ਕੰਸੈਪਟ ਆਉਂਦਾ ਕਿ ਕਲਾਊਡ ਕੀ ਚੀਜ਼ ਹੈ. ਇੱਕ ਐਕਸਟਰਨਲ ਪਲੇਸ ਹੈ ਜਿੱਥੋਂ ਤੁਸੀਂ ਕੋਈ ਸਰਵਿਸ ਹਾਇਰ ਕਰ ਸਕਦੇ ਹੋ. ਸਰਵਿਸ ਕਿੱਦਾਂ ਦੀ? ਮੇਬੀ ਉਹ ਤੁਹਾਨੂੰ ਮੈਮਰੀ ਜਾਂ ਪ੍ਰੋਸੈਸਿੰਗ ਜਾਂ ਕੁਛ ਹਾਰਡਵੇਅਰ ਪ੍ਰੋਵਾਈਡ ਕਰਦੇ ਪਏ ਹੈ. ਮਾਈਕਰੋਸੋਫਟ ਨੇ ਫੋਰ ਐਗਜ਼ਾਮਪਲ ਆਪਣਾ ਬਹੁਤ ਜ਼ਿਆਦਾ ਮੈਮਰੀ ਖਰੀਦ ਕੇ ਰੱਖੀ ਹੋਈ ਹੈ, ਹਾਰਡਵੇਅਰਸ ਖਰੀਦ ਕੇ ਰੱਖੇ ਹੋਏ ਨੇ ਜਿਹੜੇ ਪ੍ਰੋਸੈਸਿੰਗ ਯੂਜ਼ਲੀ ਹੁੰਦੇ, ਬਹੁਤ ਚੰਗੇ ਹਾਈ ਸਪੀਡ ਪ੍ਰੋਸੈਸਰਸ ਰੱਖੇ ਹੋਏ ਨੇ. ਤਾਂ ਜੇ ਮੇਰੀ ਇੱਦਾਂ ਦੀ ਕੋਈ ਐਪਲੀਕੇਸ਼ਨ ਹੈ ਜਿੱਥੇ ਮੈਨੂੰ ਜ਼ਿਆਦਾ ਮੈਮਰੀ ਅਤੇ ਪ੍ਰੋਸੈਸਿੰਗ ਪਾਵਰ ਚਾਹੀਦੀ ਹੈ, ਮੇਰੇ ਕੋਲ ਉੱਦਾਂ ਦਾ ਨਹੀਂ ਆਪਣਾ ਲੈਪਟਾਪ ਹੈ ਜਾਂ ਕੰਪਿਊਟਰ ਹੈ, ਮੈਂ ਬਹੁਤ ਸਿੰਪਲ ਟਰਮਸ ਵਿੱਚ ਗੱਲ ਕਰ ਰਹੀ, ਤਾਂ ਮੈਂ ਉਹ ਮਾਈਕਰੋਸੋਫਟ ਦੀ ਸਰਵਿਸ ਨੂੰ ਔਨ ਮੰਥਲੀ 3 months ਈਅਰਲੀ ਬੇਸਿਸ 'ਤੇ ਖਰੀਦ ਸਕਦੀ ਹਾਂ, ਤਾਂ ਉਹ ਸਰਵਿਸਿਜ਼ ਯੂਜ਼ ਕਰ ਸਕਦੀ ਹਾਂ. ਤਾਂ ਉਹ ਜਿਹੜੀਆਂ ਆਪਾਂ ਐਕਸਟਰਨਲ ਸਰਵਿਸਿਜ਼ ਯੂਜ਼ ਕਰਦੇ ਪਏ ਹਾਂ, ਇਨ ਸਮ ਟਰਮਸ ਵਿਚ ਕੁਡ ਬੀ ਮੈਮਰੀ, ਅ ਪ੍ਰੋਸੈਸਰ, ਅ ਹਾਰਡਵੇਅਰ ਕੰਪੋਨੈਂਟ, ਸਮ ਐਨਾਲਿਟਿਕਸ, ਤਾਂ ਉਹਨੂੰ ਕੀ ਕਿਹਾ ਜਾਂਦਾ? ਕਲਾਊਡ. ਤਾਂ ਹੁਣ ਇਨ ਦੀ ਕਮਿੰਗ ਈਅਰਸ IoT ਦੇ ਵਿੱਚ ਕਲਾਊਡ ਕੰਪਿਊਟਿੰਗ ਟੈਕਨੋਲੋਜੀ ਇੱਕ ਮੇਜਰ ਰੋਲ ਪਲੇ ਕਰ ਸਕਦੀ ਹੈ. ਤਾਂ 3 ਐਸਪੈਕਟਸ ਆਪਾਂ ਡਿਸਕਸ ਕਰਾਂਗੇ ਜਿਹਦੇ ਵਿੱਚ ਕਲਾਊਡ ਕੰਪਿਊਟਿੰਗ ਹੈਲਪਫੁਲ ਹੋ ਸਕਦੀ IoT ਦੇ ਵਾਸਤੇ. ਵਨ ਇਜ਼ ਡਾਟਾ ਸਟੋਰੇਜ, ਕਿਉਂਕਿ ਇੰਟਰਨੈਟ ਆਫ ਥਿੰਗਸ ਦੇ ਵਿੱਚ ਬਹੁਤ ਜ਼ਿਆਦਾ ਡਾਟਾ ਜਨਰੇਟ ਹੁੰਦਾ ਹੈ, ਕਿਉਂਕਿ ਆਪਾਂ ਉਸੀ ਡਾਟਾ ਨੂੰ ਸੈਂਸ ਕਰਕੇ, ਪ੍ਰੋਸੈਸ ਕਰਕੇ ਅਤੇ ਕੋਈ ਐਕਸ਼ਨ ਲੈਂਦੇ ਹਾਂ, ਸਮਾਰਟ ਐਕਸ਼ਨ ਲੈਂਦੇ ਹਾਂ. ਸਮਾਰਟਲੀ ਉਹ ਡਾਟਾ ਆਟੋਮੈਟਿਕਲੀ ਡਿਟੈਕਟ ਹੁੰਦਾ, ਪ੍ਰੋਸੈਸ ਹੁੰਦਾ ਐਂਡ ਫਿਰ ਸਮ ਐਕਸ਼ਨ ਇਜ਼ ਪਰਫੋਰਮਡ. ਹੁਣ ਉਸ ਡਾਟਾ ਨੂੰ ਆਪਾਂ ਕੀ ਕਰ ਸਕਦੇ ਹਾਂ? ਕਲਾਊਡ ਦੇ ਉੱਤੇ ਸਟੋਰ ਕਰ ਸਕਦੇ ਹਾਂ. ਆਪਾਂ ਆਪ ਤਾਂ ਇੰਨਾ ਟੈਰਾਬਾਈਟਸ ਆਫ ਡਾਟਾ ਨਹੀਂ ਸਟੋਰ ਕਰ ਸਕਦੇ, ਤਾਂ ਔਨ ਪੇਡ ਬੇਸਿਸ ਫਰੋਮ ਸਮ ਸਰਵਿਸ ਪ੍ਰੋਵਾਈਡਰ ਲਾਈਕ ਐਮਾਜ਼ੋਨ ਐਕਸੈਟਰਾ ਆਪਾਂ ਉਹ ਡਾਟਾ ਨੂੰ ਸਟੋਰ ਕਰ ਸਕਦੇ ਹਾਂ ਕਲਾਊਡ ਦੇ ਉੱਤੇ, ਕਲਾਊਡ ਕੰਪਿਊਟਿੰਗ ਟੈਕਨੋਲੋਜੀ ਨਾਲ. ਹੋਰ ਕਲਾਊਡ ਕੰਪਿਊਟਿੰਗ ਟੈਕਨੋਲੋਜੀ ਕਾਹਦੇ ਲਈ ਹੈਲਪਫੁਲ ਸਕਦੀ ਹੈ? ਡਾਟਾ ਪ੍ਰੋਸੈਸਿੰਗ ਲਈ. ਇਟ ਇਜ਼ ਨੋਟ ਪੋਸੀਬਲ ਕਿ ਆਪਾਂ ਕੋਲ ਬਹੁਤ ਹਾਈ ਸਪੀਡ ਪ੍ਰੋਸੈਸਰਸ ਹੋਣ. ਵਾਈ? ਬਿਕਾਜ਼ ਦੇ ਆਰ ਐਕਸਪੈਂਸਿਵ. ਤਾਂ ਵਾਟ ਵੀ ਕੈਨ ਡੂ ਕਿ ਆਪਾਂ ਉਹ ਸਰਵਿਸ ਪ੍ਰੋਵਾਈਡਰ ਤੋਂ ਮੇਬੀ ਪ੍ਰੋਸੈਸਿੰਗ ਵਾਲਾ ਕਲਾਊਡ, ਨਾਓ ਦੇ ਆਰ ਵੇਰੀਅਸ ਸਰਵਿਸਿਜ਼ ਪ੍ਰੋਵਾਈਡਡ ਬਾਈ ਅ ਕਲਾਊਡ, ਉਹ ਪ੍ਰੋਸੈਸਿੰਗ ਦੀ ਵੀ ਹੋ ਸਕਦੇ, ਤਾਂ ਆਪਾਂ ਉਹਨਾਂ ਦੇ ਪ੍ਰੋਸੈਸਰਸ ਪੇਡ ਬੇਸਿਸ 'ਤੇ ਲੈ ਸਕਦੇ ਹਾਂ. ਆਪਾਂ ਆਪਣਾ ਡਾਟਾ ਕਲਾਊਡ ਨੂੰ ਭੇਜਿਆ, ਉੱਥੇ ਉਹ ਪ੍ਰੋਸੈਸ ਹੋਇਆ ਐਂਡ ਪ੍ਰੋਸੈਸ ਹੋਣ ਤੋਂ ਬਾਅਦ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਬੇਸਿਸ 'ਤੇ ਆਪਾਂ ਕੀ ਕਰ ਸਕਦੇ ਹਾਂ? ਐਕਸ਼ਨ ਲੈ ਸਕਦੇ ਹਾਂ. ਥਰਡ, ਕਮਿਊਨੀਕੇਸ਼ਨ ਰਿਸੋਰਸਿਸ. ਹੁਣ ਕਮਿਊਨੀਕੇਸ਼ਨ ਰਿਸੋਰਸਿਸ ਵਿੱਚ ਵੀ ਬਹੁਤ ਸਾਰਾ ਕੁਛ ਆਉਂਦਾ. ਸਾਡੇ IP ਇਨੇਬਲਡ ਡਿਵਾਈਸਿਸ ਆਉਂਦੇ ਨੇ, ਕੁਛ ਹਾਰਡਵੇਅਰ ਆਉਂਦੇ ਕਮਿਊਨੀਕੇਸ਼ਨ ਲਈ, ਵਾਇਰਲੈਸ ਕਮਿਊਨੀਕੇਸ਼ਨ ਲਈ, ਜੋ ਡੈਫੀਨੇਟਲੀ ਇਜ਼ ਵੈਰੀ ਐਕਸਪੈਂਸਿਵ ਐਂਡ ਇਟਸ ਨਾਟ ਪੋਸੀਬਲ ਕਿ ਆਪਾਂ ਹਰ ਤਰ੍ਹਾਂ ਦਾ ਹਾਰਡਵੇਅਰ ਖਰੀਦ ਕੇ ਰੱਖੀਏ. ਬਟ these service providers, because they are big service providers, ਉਹ ਮਨੀ ਇਨਵੈਸਟ ਕਰਦੇ ਨੇ, ਇੱਦਾਂ ਦੀਆਂ ਫੈਸਿਲਿਟੀਜ਼ ਆਪਣੇ ਆਪ ਕੋ ਖਰੀਦ ਕੇ ਰੱਖਦੇ ਨੇ
एंड ऑन रेंटल बेसिस एज आई एम ऑलरेडी डिस्कसिंग तुसीं उन्हां दी सर्विसेज यूज़ कर सकते हैं। तो क्लाउड टैक्नोलॉजी एक यही जी टैक्नोलॉजी है जो बहुत इंपॉर्टेंट रोल प्ले कर सकती है आने वाले सालों के IoT ਲਈ। एंड क्लाउड टू समराइज़ की है जब आप किसी एक्सटर्नल सर्विस प्रोवाइडर तो ਉਹਦੀਆਂ कंप्यूटिंग सर्विसेज यूज़ कर रहे हैं इन टर्म्स ऑफ ईदर हार्डवेयर और सॉफ्टवेयर और मेमोरी और समथिंग एल्स। सो दैट इज़ one technology. Next is big data technology. This is a very current subject and a very current technology. Big data ਦਾ ਕੀ मतलब है? Big data ਦਾ मतलब a large amount of data। जब मैं large amount of data ਦੀ ਗੱਲ कर रही हैं मैं petabytes, terabytes, बहुत ज़्यादा enormous amount of data ਦੀ ਗੱਲ कर रही हैं। Why enormous amount of data? Because जब IoT की गल की जाती है तो एक डिवाइस की गल नहीं की जा रही, 100 डिवाइसिस की गल नहीं की जा रही, लाख डिवाइसिस की गल नहीं की जा रही, बिलियंस ऑफ डिवाइसिस की गल की जा रही है जोड़े कंटिन्यूसली डाटा जनरेट करते पे ने। हुण इन्ने सारे डाटा नू स्टोर भी करने भी तो प्रोसैस करने भी सानू अपन अलग तो टैक्नोलॉजीज चाहिए ने। जस्ट इमेजिन कि तुसी 100 नंबर्स नू सॉर्ट करना है तो एल्गोरिदम कुछ टाइम लैंदा सॉर्ट करने लिए, तुसी स्पेसिफिक काइंड ऑफ एल्गोरिदम यही जो मैं तुहानू कहां मिलियन ऑफ नंबर्स मैनू विद इन 10 सेकेंड सॉर्ट करके दो थोड़े लिए डिफिकल्ट होगा। तो इत्थे रोल प्ले करदियां ने बिग डाटा टैक्नोलॉजीज। वो किहड़ियां टैक्नोलॉजीज ने जिहड़ियां बहुत वड्डे लैवल ते जब साडे कोल बहुत ज़्यादा डाटा है तो उन्हां नाल डील करना, उन्हां दी प्रोसैसिंग नाल डील करना। एक तो आह एस्पैक्ट होया कि थोड़े कोल डाटा बहुत ज़्यादा है। दूसरा एस्पैक्ट की वो डाटा एक तरह का नहीं है, इदा नहीं है कि जी डाटा नंबर्स है तो नंबर्स ही है। जोड़े IoT डिवाइसिस है वो डिफरेंट तरह के डिवाइसिस ने तो डिफरेंट तरह का डाटा जनरेट कर रहे। दैट मीनस वो हैट्रोजीनियस काइंड ऑफ डाटा जनरेट करते पे ने। हैट्रोजीनियस का की मतलब डिफरेंट, कोई डिवाइसिस इमेजेस प्रोड्यूस करते पे ने डाटा के फॉर्म, कोई डिवाइसिस ऑडियो जनरेट करते पे ने, कोई डिवाइसिस टेक्स्ट जनरेट करते पे ने। तो डिफरेंट डिवाइसिस, सम डिवाइसिस में भी जनरेटिंग स्ट्रिंग्स, हर तरह के डिवाइसिस डिफरेंट काइंड ऑफ डाटा जनरेट करते हैं। तो डिफरेंट काइंड ऑफ डाटा हैट्रोजीनियस डाटा नू भी किवें हैंडल करना है, किवें प्रोसैस करना है, उहदे लई भी सानू एक मतलब स्पेसिफिक काइंड ऑफ टैक्नोलॉजी चाहिए है जो बिग डेटा दे विच रिसर्च हो रही है एंड डिवेलप हो रही है एंड कैन बी हेल्पफुल एंड इट इज़ श्योरली हेल्पफुल इन IoT. So that's written processing heterogeneous data. The huge amount of information like text, video, voice, etc. in IoT applications is controlled from heterogeneous sensors. मतलब अलग अलग सोर्सेज हो सकते हैं उस डाटा के, जिमें कैमराज, स्मार्ट कैमराज जो इमेजेस प्रोड्यूस करेंगे, स्मार्ट व्हीकल जो मे बी नंबर्स या टेक्स्ट के फॉर्म विच डाटा जनरेट करेंगे, कस्टमर्स एक्सेट्रा। then processing non-linear data। एक तो होंदा साडा linear data। linear data किहड़ा है continuous one after another। non-linear data कितना होंदा जिवें अपने non-linear data structures होंदे, heaps, trees, उन्हां नूं process करन लई सानू different method चाहिए तो उत्थे big data successful है। फिर processing high dimensional data। high dimensional data का की मतलब है, फॉर एग्जाम्पल कंसिडर एन इमेज। हुण जिहड़ी तुहाडी इमेज हुंदी है इट इज़ कंपोज्ड ऑफ पिक्सल्स। पिक्सल्स की हुंदे ने पिक्चर एलीमेंट्स की कुछ इंटेंसिटी कलर की वैल्यू हुंदी। तो हुण आपां जद इमेज की गल करते हैं तो आपां एक पिक्सल की नहीं गल करते, आपां हज़ारां पिक्सल्स की गल करते हैं। तो जब हज़ारां पिक्सल्स की गल करते हैं तो इमेजिस तो जे इमेज है तो वीडियोज़ भी की ने, वीडियोज़ इज़ कलैक्शन ऑफ वन टाइप ऑफ इमेजिस। तो कितना हाई डायमेंशनल मतलब कितना वड्डा डाटा जनरेट हो रहा है उन्होंने प्रोसैस करने लिए भी सानू स्पेसिफिक कैपेबिलिटीज़ चाहिए जो सबजैक्ट किहड़ा है बिग डाटा का। दैन प्रोसैसिंग पैरेलल एंड डिस्ट्रीब्यूटेड डाटा। हुण जब साडा डाटा आ रहा है वो इक्को जगह तो नहीं आ रहा, वो डिस्ट्रीब्यूटेड प्लेसिस तो आ रहा है, अलग अलग थावां तो आ रहा है। वो अलग अलग थावां तो डाटा लैके उन्होंने कंबाइन करके कुछ करने लिए वी नीड टैक्नोलॉजीज। तो ये सारिया जिहड़ियां टर्म्स ने हाई डायमेंशनल डाटा, पैरेलल डाटा, नॉन लीनियर डाटा, हैट्रोजीनियस डाटा, ये सारिया टर्म्स एक अंब्रेला के अंदर क्लब कीतियां गईयां ने बिग डाटा टैक्नोलॉजी के अंब्रेला अंडर। तो उहदे अंडर आपां देख रहे हैं कि इन्ने वड्डे लैवल का डाटा जो डिफरेंट सोर्सिस तो आ रहा है, जो नॉन लीनियर है,
जो ਹੈਟਰੋਜੀਨੀਅਸ ਹੈ, जो ਹਾਈ ਡਾਇਮੈਂਸ਼ਨਲ ਵੀ ਹੈ ਅਤੇ ਪੈਰਲਲ ਡਿਸਟਰੀਬਿਊਟਿਡ ਸੋਰਸਿਸ ਤੋਂ ਵੀ ਆ ਰਿਹਾ, ਇਸ ਤਰ੍ਹਾਂ ਦੇ ਡਾਟਾ ਨੂੰ ਕਿੱਦਾਂ ਪ੍ਰੋਸੈਸ ਕਰੀਏ, ਕਿੱਦਾਂ ਐਨਾਲਾਈਜ਼ ਕਰੀਏ, ਉਹ ਆਪਾਂ ਕਿਹਦੇ ਵਿੱਚ ਦੇਖਦੇ ਪਏ ਹਾਂ, ਬਿਗ ਡਾਟਾ ਟੈਕਨੋਲੋਜੀ ਵਿੱਚ। ਤਾਂ ਇਹ ਇੱਕ ਟੈਕਨੋਲੋਜੀ ਹੈਲਪਫੁਲ ਹੋ ਸਕਦੀ ਹੈ ਤੁਹਾਡੇ IoT ਵਾਸਤੇ। ਤਾਂ ਵੀ ਡਿਡ 2 ਟੈਕਨੋਲੋਜੀਜ਼ ਟਿਲ ਨਾਓ। ਕਲਾਊਡ ਕੰਪਿਊਟਿੰਗ, ਜੋ ਕਾਹਦੇ ਲਈ ਯੂਜ਼ਫੁਲ ਹੈ ਕਿ ਜੇ ਤੁਸੀਂ ਆਪ ਆਪਣਾ ਹਾਰਡਵੇਅਰ ਸੌਫਟਵੇਅਰ ਨਹੀਂ ਖਰੀਦ ਕੇ ਰੱਖਣਾ, ਤੁਸੀਂ ਕਿਸੇ ਤੋਂ ਰੈਂਟ 'ਤੇ ਲੈਣਾ ਹੈ, ਬਹੁਤ ਸਿੰਪਲ ਟਰਮਸ ਵਿੱਚ ਜਸਟ ਟੂ ਐਕਸਪਲੇਨ, ਤਾਂ ਤੁਸੀਂ ਕਲਾਊਡ ਤੋਂ ਲੈ ਸਕਦੇ। ਬਿਗ ਡਾਟਾ ਕੀ ਹੈ, ਹੈਟਰੋਜੀਨੀਅਸ ਨॉन ਲੀਨੀਅਰ ਹਾਈ ਡਾਇਮੈਂਸ਼ਨਲ ਡਾਟਾ ਨੂੰ ਕਿੱਦਾਂ ਡੀਲ ਕਰਨਾ ਹੈ, ਉਹ ਕਿਹੜੀ ਟੈਕਨੋਲੋਜੀ ਹੈ, ਬਿਗ ਡਾਟਾ। ਨੈਕਸਟ ਮਸ਼ੀਨ ਲਰਨਿੰਗ। ਮਸ਼ੀਨ ਲਰਨਿੰਗ ਇਜ਼ ਆਲਸੋ ਵੈਰੀ ਗੁੱਡ ਰਿਸਰਚ ਏਰੀਆ। ਹੁਣ ਮਸ਼ੀਨ ਲਰਨਿੰਗ ਦਾ ਕੀ ਮਤਲਬ ਹੈ? ਮਸ਼ੀਨ ਲਰਨਿੰਗ ਦਾ ਮਤਲਬ ਹੈ ਕਿ ਆਪਾਂ ਕੰਪਿਊਟਰ ਨੂੰ ਸਿਖਾਉਂਦੇ ਹੈ ਕਿ ਜੇ ਆਪਾਂ ਉਹਨੂੰ ਇਨਪੁਟ ਦਿੱਤੀ, ਆਪਾਂ ਉਹਨੂੰ ਉਹ ਲਰਨ ਕਰੇ ਕੁਛ ਉਸ ਇਨਪੁਟ ਤੋਂ ਅਤੇ ਬਾਅਦ ਸਾਡੀ ਹੈਲਪ ਕਰ ਸਕੇ। ਇਨ ਸਿੰਪਲ ਟਰਮਸ ਮੈਂ ਇੱਕ ਚਾਹੁੰਦੀ ਹਾਂ ਕਿ ਜਦ ਮੈਂ ਆਪਣੇ ਕੰਪਿਊਟਰ ਨੂੰ ਨਾ ਐਲਫਾਬੈਟ ਸਿਖਾਵਾਂ A to Z, ਮਤਲਬ ਜਦ ਮੈਂ A ਕਹਾਂ ਉਹ ਦੱਸ ਸਕੇ, ਉਹ ਮੈਨੂੰ ਦੱਸ ਸਕੇ ਕਿ ਦਿਸ ਇਜ਼ A। ਜਦ ਮੈਂ B ਦਿਖਾਵਾਂ ਉਹ ਕਵੇ ਨੋ ਦਿਸ ਇਜ਼ ਨੋਟ A, ਦਿਸ ਇਜ਼ B। ਮਤਲਬ ਉਹ ਜਦ ਮੈਂ ਜਾਂ ਉਹਨੂੰ ਇਹ ਕਿ ਮੈਂ ਉਹਨੂੰ ਤੁਹਾਡੀ ਕਲਾਸ ਦੇ ਜਦ ਇੱਕ ਕਿਸੇ ਦੀ ਫੋਟੋ ਦਿਖਾਵਾਂ ਤਾਂ ਉਹ ਦੱਸੇ ਕਿ ਦਿਸ ਪਰਸਨ ਇਜ਼ ਮੀਨਾਕਸ਼ੀ, ਉਹ ਪਹਿਚਾਣ ਪਾਵੇ ਕਿ ਦਿਸ ਇਜ਼ ਮੀਨਾਕਸ਼ੀ। ਅਨਦਰ ਐਗਜ਼ਾਮਪਲ ਇਜ਼ ਮੈਂ ਕੰਪਿਊਟਰ ਨੂੰ ਇੱਦਾਂ ਟ੍ਰੇਨ ਕਰ ਪਾਵਾਂ, ਉਹਨੂੰ ਇੱਦਾਂ ਇੰਟੈਲੀਜੈਂਸ ਦੇ ਪਾਵਾਂ ਕਿ ਜਦ ਮੈਂ ਉਹਨੂੰ ਫੋਟੋ ਦਿਖਾਵਾਂ ਕਿਸੇ ਦੀ ਤਾਂ ਉਹ ਮੈਨੂੰ ਦੱਸ ਸਕੇ ਕਿ ਮੇਲ ਹੈ ਕਿ ਫੀਮੇਲ ਹੈ। ਇਸ ਚੀਜ਼ ਦਾ ਕੀ ਮਤਲਬ ਹੋਇਆ ਕਿ ਮੈਂ ਆਪਣੇ ਕੰਪਿਊਟਰ ਨੂੰ ਇੱਦਾਂ ਟ੍ਰੇਨ ਕਰਦੀ ਪਈ ਹਾਂ ਕਿ ਉਹ ਕੁਛ ਤੁਹਾਨੂੰ ਆਊਟਪੁੱਟ ਦੱਸ ਸਕਦਾ ਆਟੋਮੈਟਿਕਲੀ ਹਿਊਮਨ ਇੰਟਰਵੈਂਸ਼ਨ ਤੋਂ ਬਿਨਾਂ। ਅਤੇ ਆਪਾਂ ਕਿੱਦਾਂ ਕਰਦੇ ਹਾਂ? ਇਹ ਯੂਜਲੀ ਇੱਦਾਂ ਕੀਤਾ ਜਾਂਦਾ ਹੈ ਕਿ ਆਪਾਂ ਆਪਣੇ ਕੰਪਿਊਟਰ ਨੂੰ ਨਾ ਜਿਸ ਚੀਜ਼ ਲਈ ਤੁਸੀਂ ਉਸ ਕੰਪਿਊਟਰ ਨੂੰ ਲਰਨ ਕਰਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਆਪਾਂ ਨੂੰ ਬਹੁਤ ਸਾਰੀਆਂ ਫੋਰ ਐਗਜ਼ਾਮਪਲ ਇਮੇਜਿਸ ਦਿਖਾ ਦਿੰਦੇ ਹਾਂ। ਨੋਟ ਜਸਟ 1 ਇਮੇਜ, ਸਪੋਜ਼ 20 to 30,000 ਇਮੇਜਿਸ ਜਾਂ ਇਸ ਤੋਂ ਵੀ ਜ਼ਿਆਦਾ। ਟੇਕ ਦੀ ਐਗਜ਼ਾਮਪਲ ਕਿ ਮੈਂ ਆਪਣੇ ਕੰਪਿਊਟਰ ਨੂੰ ਟ੍ਰੇਨ ਕਰਨਾ ਚਾਹੁੰਦੀ ਹਾਂ ਕਿ ਉਹ ਦੱਸ ਸਕੇ ਕਿ ਇਹ ਕਿਹੜਾ ਐਲਫਾਬੈਟ ਹੈ, A ਹੈ, B ਹੈ, C ਹੈ ਕਿ D ਹੈ। ਤਾਂ ਮੈਂ ਆਪਣੇ ਕੰਪਿਊਟਰ ਨੂੰ ਕਰੂੰਗੀ ਟ੍ਰੇਨ ਕਰਨਾ ਸ਼ੁਰੂ ਕਰੂੰਗੀ। ਮੈਂ ਉਹਨੂੰ ਲੋਕੀ ਜਿੰਨੇ ਵੀ ਪੋਸੀਬਲ ਤਰ੍ਹਾਂ ਨਾਲ A ਲਿਖ ਸਕਦੇ ਨੇ, ਕੋਈ ਵੱਡਾ A ਲਿਖ ਸਕਦਾ, ਕੋਈ ਕਰਸਿਵ A ਲਿਖ ਸਕਦਾ, ਕੋਈ A ਨੂੰ ਥੋੜ੍ਹਾ ਸਰਕੂਲਰ ਕਾਈਂਡ ਹੈ ਨਾ, ਇਹ ਆਪਾਂ ਕਿੰਨੇ ਤਰ੍ਹਾਂ ਨਾਲ ਲਿਖ ਸਕਦੇ। ਤਾਂ ਸਪੋਜ਼ ਮੈਂ ਅਰਾਊਂਡ ਅਬਾਊਟ 50,000 ਲੋਕਾਂ ਤੋਂ A ਲਿਖਵਾ ਲਿਆ ਕਿ ਕੋਈ ਕਿੱਦਾਂ ਲਿਖਦਾ, ਕੋਈ ਕਿੱਦਾਂ ਲਿਖਦਾ। ਉਹ ਸਾਰੀਆਂ ਇਮੇਜਿਸ ਮੈਂ ਕੰਪਿਊਟਰ ਨੂੰ ਦੇ ਦਿੱਤੀਆਂ। ਉਹ ਕੰਪਿਊਟਰ ਨੇ ਮਤਲਬ ਲਰਨ ਕੀਤਾ ਉਹਨਾਂ ਨੂੰ ਦੇਖ ਕੇ। ਹੁਣ ਉਹ ਕਿੱਦਾਂ ਲਰਨ ਕਰਦਾ, ਪੂਰਾ ਸਬਜੈਕਟ ਹੈ, ਬਸ ਤੁਸੀਂ ਇਹ ਸਮਝੋ ਕਿ ਉਹਨੇ ਲਰਨ ਕਰ ਲਿਆ ਕਿ ਉਹ ਜਦ ਵੀ ਇੱਦਾਂ ਦੀ ਕੋਈ ਚੀਜ਼ ਦਿਖ ਰਹੀ ਹੈ ਉਹ A ਹੈ। ਉਹ ਇਮੇਜਿਸ ਨੂੰ ਦੇਖ ਕੇ ਉਹਨੇ ਲਰਨ ਕਰ ਲਿਆ। ਜੋ 50,000 ਮੈਂ ਉਹਨੂੰ A ਇਮੇਜਿਸ ਦਿਖਾਈਆਂ ਕਿ A ਇੱਦਾਂ ਵੀ ਲਿਖਿਆ ਜਾ ਸਕਦਾ, ਇੱਦਾਂ ਵੀ। ਤਾਂ ਜਦੋਂ ਕੰਪਿਊਟਰ ਨੂੰ ਲਰਨ ਕਰਾਤਾ ਉਸ ਤੋਂ ਬਾਅਦ ਜਦ ਮੈਂ ਉਹਨੂੰ ਕੋਈ ਰੈਂਡਮ ਇਮੇਜ ਦਿਖਾਈ ਜਿਹਦੇ ਵਿੱਚ A ਲਿਖਿਆ ਸੀ ਕਿਸੇ ਹੋਰ ਬੰਦੇ ਵੱਲੋਂ, ਤਾਂ ਪੁਰਾਣੀਆਂ ਇਮੇਜਿਸ ਤੋਂ ਜੋ ਉਹਨੇ ਲਰਨ ਕੀਤਾ ਸੀ ਦੇਖ ਕੇ ਤਾਂ ਪਹਿਚਾਣ ਪਾਇਆ ਕਿ ਕੀ ਇਹ ਜੋ ਹੁਣ ਮੈਨੂੰ ਦਿਖਾਇਆ ਜਾ ਰਿਹਾ ਹੈ ਉਹ ਥੋੜ੍ਹਾ ਜਿਹਾ ਰਿਲੇਟਡ ਹੈ ਜੋ ਮੈਨੂੰ ਸਿਖਾਇਆ ਗਿਆ ਸੀ। ਜੇ ਹੈ ਤਾਂ ਦੈਟ ਮੀਨਸ A। ਇਹਨੂੰ ਤੁਸੀਂ ਕਿਵੇਂ ਲੇਮੈਨ ਵਿੱਚ ਅੰਡਰਸਟੈਂਡ ਕਰ ਸਕਦੇ ਹੋ? ਜਦ ਚਾਈਲਡ ਇਜ਼ ਵੈਰੀ ਸਮੋਲ, ਵੈਰੀ ਯੰਗ ਏਜ, ਉਹਨੂੰ ਬੋਲਣਾ ਨਹੀਂ ਆਉਂਦਾ, ਤਾਂ ਜਦ ਆਪਾਂ ਵਰਡਸ ਬੋਲਦੇ ਹਾਂ ਉਹ ਸਾਨੂੰ ਸੁਣ ਕੇ ਹੌਲੀ ਹੌਲੀ ਲਰਨ ਕਰਨ ਲੱਗ ਜਾਂਦਾ ਕਿ ਵਰਡ ਦਾ ਆਹ ਮਤਲਬ ਹੈ। ਉਹ ਕਿਉਂ ਲਰਨ ਕਰ ਲੈਂਦਾ? ਕਿਉਂਕਿ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਨਾਲ ਵਰਡ ਬੋਲਦੇ ਨੇ ਪਰ ਉਸ ਵਰਡ ਦੇ ਮੁਤਾਬਿਕ ਐਕਸ਼ਨ ਇੱਕੋ ਲਿੱਤਾ ਜਾਂਦਾ, ਤਾਂ ਉਹ ਬੱਚਾ ਲਰਨ ਕਰ ਜਾਂਦਾ ਕਿ ਵਰਡ ਦਾ ਮਤਲਬ ਇਹ ਹੈ। ਸਿਮਿਲਰ ਇਜ਼ ਮਸ਼ੀਨ ਲਰਨਿੰਗ। ਆਪਾਂ ਹੁਣ ਹਿਊਮਨ ਨੂੰ ਨਹੀਂ ਲਰਨ ਕਰਾ ਰਹੇ, ਡਿਫਰੈਂਸ ਕੀ ਹੈ, ਕੰਪਿਊਟਰ ਨੂੰ ਲਰਨ ਕਰਾ ਰਹੇ ਹਾਂ। ਦੈਨ ਕਮਸ ਦਾ ਕੁਐਸਚਨ ਕਿ ਇਹ ਟੈਕਨੋਲੋਜੀ ਮਸ਼ੀਨ ਲਰਨਿੰਗ ਵਾਲੀ IoT ਦੇ ਵਿੱਚ ਕਿੱਦਾਂ ਹੈਲਪਫੁਲ ਹੋ ਸਕਦੀ ਹੈ। ਹੁਣ IoT ਦੇ ਵਿੱਚ ਵਨ ਐਗਜ਼ਾਮਪਲ ਵੇਅਰ ਇਟ ਕੈਨ ਬੀ ਯੂਜ਼ਫੁਲ ਇਜ਼ ਕਿ ਆਪਾਂ ਜੋ ਡਾਟਾ ਕਲੈਕਟ ਕਰ ਰਹੇ ਹਾਂ ਇੰਡਸਟਰੀਜ਼ ਵਿੱਚ ਮੇ ਬੀ ਇੱਦਾਂ ਹੈਲਪਫੁਲ ਹੋ ਸਕਦੀ ਹੈ ਕਿ ਤੁਹਾਨੂੰ ਪਹਿਲਾਂ ਹੀ ਦੱਸ ਦੇ ਕਿ ਤੁਹਾਡੇ ਇਹ ਪ੍ਰੋਬਲਮ ਹੋਣ ਵਾਲੀ ਹੈ ਇੰਡਸਟਰੀ ਦੇ ਵਿੱਚ, ਪ੍ਰੋਬਲਮ ਇਸ ਮਸ਼ੀਨ ਦੇ ਵਿੱਚ ਇਹ ਪ੍ਰੋਬਲਮ ਹੋ ਸਕਦੀ ਹੈ। ਇਹ ਕਿਵੇਂ ਲਰਨ ਕਰ ਸਕਦਾ ਹੈ? ਅਸੀਂ ਜਦ ਮਸ਼ੀਨ ਨੋਰਮਲ ਸਿਚੁਏਸ਼ਨਸ ਵਿੱਚ ਚੱਲਦੀ ਹੈ ਤਾਂ ਪਾਰਟਸ ਕਿੱਦਾਂ ਵਰਕ ਕਰਦੇ ਨੇ, ਕੀ ਹੁੰਦਾ, ਉਹ ਆਪਾਂ ਕੰਪਿਊਟਰ ਨੂੰ ਲਰਨ ਕਰਾਤਾ ਕਿ ਜਦ ਮੇਰਾ ਥਰਮੋਮੀਟਰ ਸਹੀ ਚੱਲਦਾ ਹੈ ਤਾਂ ਉਹ ਟੈਂਪਰੇਚਰ ਹਮੇਸ਼ਾ 0 ਤੋਂ ਲੈ ਕੇ 98 ਡਿਗਰੀ ਤੱਕ ਹੀ ਸਪੋਜ਼ ਮੈਜਰ ਕਰੂਗਾ। ਉਹਦੀ ਜਿਹੜਾ ਮਰਕਰੀ ਲੈਵਲ ਹੈ ਬਸ ਇੰਨੇ ਕੁ ਲੈਵਲ ਤੱਕ ਹੀ ਜਾਊਗਾ। ਇੱਦਾਂ ਦੇ ਆਪਾਂ ਬਹੁਤ ਸਾਰੇ
ਪੈਰਾਮੀਟਰਸ ਦੱਸਦੇ ਕਿ ਇਹਨਾਂ ਨੂੰ ਜਦ ਇਸ ਰੇਂਜ ਵਿੱਚ ਫੋਲ ਕਰ ਰਹੇ ਨੇ ਦੈਟ ਮੀਨਸ ਥਰਮੋਮੀਟਰ ਇਜ਼ ਵਰਕਿੰਗ ਫਾਈਨ। ਇਸੇ ਤਰ੍ਹਾਂ ਮਸ਼ੀਨ ਦਾ ਕੋਈ ਪਾਰਟ, ਤਾਂ ਜਦ ਉਹਨੇ ਦੇਖਿਆ ਕਿ ਟੈਂਪਰੇਚਰ ਹੁਣ 99 ਹੋ ਗਿਆ, ਉਹਨੇ ਦੇਖਿਆ ਕਿ ਫੋਲ ਤਾਂ 0 to 98 ਵਿੱਚ ਕਰਨਾ ਚਾਹੀਦਾ ਸੀ ਪਰ ਹੁਣ ਤਾਂ 99 ਹੈ, ਦੈਟ ਮੀਨਸ ਇਹਦੇ ਵਿੱਚ ਕੋਈ ਪ੍ਰੋਬਲਮ ਹੈ। ਤਾਂ ਉਹ ਪਹਿਲਾਂ ਹੀ ਦੱਸ ਸਕਦਾ ਕਿਉਂਕਿ ਆਪਾਂ ਮਸ਼ੀਨ ਨੂੰ ਲਰਨ ਕਰਾਇਆ ਸੀ ਕਿ ਜਦ ਪੈਰਾਮੀਟਰਸ ਇਸ ਵਿੱਚ ਫੋਲ ਕਰਨ ਤਦ ਹੀ ਉਹ ਸਹੀ ਹੈ। ਇਸੇ ਤਰ੍ਹਾਂ ਜੋ ਸੈਂਸਰਸ ਤੋਂ ਬਹੁਤ ਤਰ੍ਹਾਂ ਦਾ ਡਾਟਾ ਆਉਂਦਾ ਹੈ ਇਕੱਠਾ ਹੋ ਕੇ, ਆਪਾਂ ਮਸ਼ੀਨ ਨੂੰ ਲਰਨ ਕਰਾਇਆ ਹੋਇਆ ਸੀ ਕਿ ਜਦ ਤੱਕ ਇੱਦਾਂ ਦਾ ਡਾਟਾ ਆ ਰਿਹਾ ਤਦ ਸਭ ਕੁਝ ਸਹੀ ਹੈ, ਪਰ ਜੇ ਡਾਟਾ ਇਹ ਤੋਂ ਹਟ ਕੇ ਆਇਆ ਤਾਂ ਉਹਨੇ ਉਹ ਇਨਪੁਟ ਦੇਖੀ ਤਾਂ ਉਹ ਦੱਸ ਦੂਗਾ ਕੀ ਹੈ ਕਿ ਤੁਹਾਡਾ ਮਸ਼ੀਨ ਦੇ ਵਿੱਚ ਕੋਈ ਪ੍ਰੋਬਲਮ ਹੈ। ਸੋ ਦਿਸ ਇਜ਼ ਵੇਅਰ ਮਸ਼ੀਨ ਲਰਨਿੰਗ ਕੈਨ ਬੀ ਯੂਜ਼ਡ to ਤਾਂ ਕੀ ਲਿਖਿਆ by drawing data from multiple sensors, क्योंकि sensors are used in IoT in or on machines, machine learning algorithms can learn what's typical for the machine। what's typical for the machine ਦਾ ਕੀ ਮਤਲਬ ਹੈ ਕਿ ਉਹਦੇ ਲਈ normal ਹੈ, ਕੀ ਸਹੀ ਹੈ, and then detect when something abnormal begins to occur। ਤਾਂ ਕਹਿੰਦੇ ਕਿ ਅਕੋਰਡਿੰਗ ਟੂ ਦੀ ਸਟੱਡੀ 55 ਬਿਲੀਅਨ IoT ਡਿਵਾਈਸਿਸ ਹੋਣਗੇ 2025 ਦੇ ਨਾਲ, ਇੰਨੇ ਸਾਰੇ ਡਿਵਾਈਸਿਸ। ਅਤੇ ਮਸ਼ੀਨ ਲਰਨਿੰਗ ਦੀਆਂ ਪ੍ਰੈਡਿਕਟਿਵ ਕੈਪੇਬਿਲਿਟੀਜ਼ ਦਾ ਕੀ ਮਤਲਬ ਹੁੰਦਾ, ਕੁਛ ਪ੍ਰੈਡਿਕਟ ਕਰਨ ਦੀ ਕਿ ਇਸ ਮਸ਼ੀਨ 'ਚ ਇਹ ਪੁਰਜ਼ਾ ਖਰਾਬ ਹੋ ਸਕਦਾ ਹੈ। ਉਹ ਕਿੱਦਾਂ ਪ੍ਰੈਡਿਕਟ ਕਰ ਰਿਹਾ, ਕਿਉਂਕਿ ਉਹਨੇ ਦੇਖਿਆ ਕਿ ਜੋ ਡਾਟਾ ਹੁਣ ਸੈਂਸਰਸ ਭੇਜ ਰਹੇ ਨੇ ਉਹ ਥੋੜ੍ਹੀ ਅਬਨੋਰਮਲ ਰੇਂਜ ਵਿੱਚ ਹੈ। ਤਾਂ ਦੇਖੋ what I explained, IoT sensors are added to the machinery, मतलब सेंस ਕਰਨ ਵਾਲੇ डिवाइसेस जो कुछ discrete variables, जो कुछ पैरामीटर्स चेक ਕਰਨਗੇ, फॉर एग्जाम्पल वाइब्रेशन ਜਾਂ नॉइज़ ਜਾਂ हीट, मतलब ਉਹਨਾਂ ਨੇ ਇਹਨਾਂ ਦੇ ਬਾਰੇ ਡਾਟਾ ਇਕੱਠਾ ਕੀਤਾ। ਹੁਣ ਮਸ਼ੀਨ ਲਰਨਿੰਗ ਕਿੱਥੇ ਕਹਿੰਦੇ comes into picture, ਮਸ਼ੀਨ ਸਪੋਜ਼ ਕਲਾਊਡ 'ਤੇ ਬੈਠਾ ਹੈ। ਕਲਾਊਡ 'ਤੇ ਕਿਉਂ ਬੈਠਾ ਹੈ, ਅਸੀਂ ਮਸ਼ੀਨ ਲਰਨਿੰਗ ਦੇ ਐਕਸਪੈਂਸਿਸ ਨਹੀਂ ਬੀਅਰ ਕਰਨੇ ਚਾਹੀਦੇ ਤਾਂ ਅਸੀਂ ਪੇਡ ਬੇਸਿਸ 'ਤੇ ਲੈ ਲਈ। ਤਾਂ ਉਹ ਫੀਡਿੰਗ ਮਤਲਬ ਇਟ ਇਜ਼ ਫੀਡਿੰਗ ਔਨ ਦੀ ਇਨਕਮਿੰਗ ਡਾਟਾ, ਉਹ ਜੋ ਡਾਟਾ ਆ ਰਿਹਾ ਉਹ ਸੈਂਸਰਸ ਤੋਂ ਉਹਦੇ ਉੱਤੇ ਆਪਣਾ ਚੈੱਕ ਕਰਦਾ ਪਿਆ। ਤਾਂ ਉਹ ਇਨਫੋਰਮੇਸ਼ਨ ਨੂੰ ਸਪਲਿਟ ਕਰਤਾ ਟ੍ਰੇਨਿੰਗ ਲਈ। ਪਹਿਲਾਂ ਟ੍ਰੇਨਿੰਗ ਦਾ ਕੀ ਮਤਲਬ, ਮਸ਼ੀਨ ਨੂੰ ਲਰਨ ਕਰਾ ਰਹੇ ਹੋ, ਜਿਵੇਂ ਮੈਂ ਕਿਹਾ ਸੀ ਨਾ ਉਹਨੂੰ 50,000 ਏ ਦੀਆਂ ਇਮੇਜਸ ਦਿਖਾਈਆਂ, ਉਹ ਟ੍ਰੇਨਿੰਗ ਇਮੇਜਸ ਹੋ ਗਈਆਂ। ਫਿਰ ਜਦ ਇੱਕ ਵਾਰੀ ਉਹ ਕਹਿੰਦੇ ਮੋਡਲ ਲੁਕਸ ਐਟ ਹੰਡਰਡਸ ਆਫ ਥਾਊਜ਼ੈਂਡਸ ਆਫ ਰਿਕਾਰਡਸ ਫॉर ਅਨੋਮਲੀਜ਼ ਮੀਨਸ ਗੜਬੜਾਂ, ਕੋਰਿਲੇਸ਼ਨਸ ਐਂਡ ਪ੍ਰੋਜੈਕਸ਼ਨਸ ਦਾ ਇੱਕ ਹਾਈਪੋਥੇਸਿਸ, ਉਹ ਇੱਕ ਰਿਜ਼ਲਟ 'ਤੇ ਆਇਆ ਕਿ ਜਦ ਇੱਦਾਂ ਦੀਆਂ ਡਾਟਾ ਦੇ ਵਿੱਚ ਮੈਨੂੰ ਫਲਕਚੁਏਸ਼ਨਸ ਚੇਂਜਸ ਦਿਖਦੀਆਂ ਨੇ ਤਾਂ ਕੋਈ ਅਬਨੋਰਮਲ ਫੰਕਸ਼ਨਿੰਗ ਹੁੰਦੀ ਹੈ ਮਸ਼ੀਨ ਦੀ। ਤਾਂ ਉਹਨੇ ਇੱਦਾਂ ਦੀ ਜਦ ਆਪਾਂ ਨੂੰ ਲਰਨਿੰਗ ਕਰਾਤੀ ਕਿ ਜਦ ਵੀ ਇੱਦਾਂ ਦੀਆਂ ਕੋਈ ਡਾਟਾ ਦੇ ਵਿੱਚ ਗੜਬੜ ਆਉਂਦੀ ਹੈ ਤਾਂ ਮਸ਼ੀਨ ਗੜਬੜ ਹੁੰਦੀ ਹੈ, ਤਾਂ ਜਦ ਆਪਾਂ ਨੂੰ ਐਕਚੁਅਲੀ ਉਹਨੂੰ ਇੱਦਾਂ ਦਾ ਡਾਟਾ ਆਊਗਾ ਰੀਅਲ ਟਾਈਮ ਦੇ ਵਿੱਚ ਤਾਂ ਉਹ ਦੱਸ ਪਾਊਗਾ ਕਿ ਕੋਈ ਪ੍ਰੋਬਲਮ ਹੈ। ਤਾਂ ਇੱਦਾਂ ਮਸ਼ੀਨ ਲਰਨਿੰਗ ਦੀ ਜੋ ਤੁਹਾਡੀ ਟੈਕਨੋਲੋਜੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਫॉर IoT। ਨੈਕਸਟ ਸਿਮੈਂਟਿਕ ਵੈਬ। ਸਿਮੈਂਟਿਕ ਦਾ when we were made to learn C ਆਪਾਂ ਨੂੰ ਦੱਸਿਆ ਗਿਆ ਸੀ ਇੱਕ ਹੁੰਦਾ ਸਿੰਟੈਕਸ, ਇੱਕ ਹੁੰਦਾ ਸਿਮੈਂਟਿਕ। ਸਿੰਟੈਕਸ ਹੁੰਦਾ ਤੁਹਾਡੀ ਗ੍ਰਾਮਰ, ਸਿਮੈਂਟਿਕ ਹੁੰਦੇ ਤੁਹਾਡੀ ਮੀਨਿੰਗ। ਤਾਂ ਸਿਮੈਂਟਿਕ ਵੈਬ ਕੀ ਹੈ, ਜਦ ਆਪਾਂ ਡਾਟਾ ਨੂੰ ਕੁਛ ਮੀਨਿੰਗ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਿਮੈਂਟਿਕ ਵੈਬ ਟੈਕਨੋਲੋਜੀਜ਼ ਕੀ ਟੈਕਨੋਲੋਜੀਜ਼ ਨੇ ਜਿਹੜੀਆਂ ਡਾਟਾ ਤੋਂ ਕੁਛ ਮੀਨਿੰਗ ਲੱਭਣ ਦੀਆਂ ਕੋਸ਼ਿਸ਼ ਕਰਦੇ ਨੇ। ਤਾਂ ਇੱਦਾਂ ਦੀਆਂ ਟੈਕਨੋਲੋਜੀਜ਼, ਇੱਦਾਂ ਦੇ ਐਲਗੋਰਿਦਮ, ਇੱਦਾਂ ਦੇ ਸੌਫਟਵੇਅਰਸ ਜੋ ਡਾਟਾ ਤੋਂ ਕੁਛ ਮੀਨਿੰਗ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਿਮੈਂਟਿਕ ਵੈਬ ਟੈਕਨੋਲੋਜੀਜ਼। ਹੁਣ ਇਹ ਵਾਲੀ ਟੈਕਨੋਲੋਜੀ IoT ਲਈ ਕਿੱਦਾਂ ਹੈਲਪਫੁਲ ਹੋ ਸਕਦੀ ਹੈ, ਕਹਿੰਦੇ ਕਿ ਇਹ ਹੈਲਪਫੁਲ ਹੋ ਸਕਦੀ ਹੈ ਕੁਛ ਨੈਚੁਰਲ ਡਿਜ਼ਾਸਟਰਸ ਫॉर ਐਗਜ਼ਾਮਪਲ ਪ੍ਰਿਡਿਕਟ ਕਰਨ ਲਈ ਜਾਂ ਹੋਰ ਵੀ ਬਹੁਤ ਸਾਰੀਆਂ ਸਿਚੁਏਸ਼ਨਸ ਵਿੱਚ। ਤਾਂ ਆਈ ਗਿਵ ਯੂ ਐਨ ਐਗਜ਼ਾਮਪਲ ਆਫ ਨੈਚੁਰਲ ਡਿਜ਼ਾਸਟਰਸ। ਇੱਕ ਏਰੀਆ ਜਿੱਥੇ ਬਹੁਤ ਸਾਰੇ ਅਰਥਕੁਏਕਸ ਆਉਂਦੇ ਨੇ ਤਾਂ ਆਪਾਂ ਉੱਥੇ ਸੈਂਸਰਸ ਲਾਤੇ ਜੋ ਤੁਹਾਡੀ ਅਰਥ ਦੀ ਕੁਛ ਪੈਰਾਮੀਟਰਸ ਚੈੱਕ ਕਰ ਰਹੇ ਨੇ ਅਰਥਕੁਏਕ ਰਿਲੇਟਡ। ਉਹ ਡਾਟਾ ਇਕੱਠਾ ਹੋ ਰਿਹਾ। ਹੁਣ ਉਹ ਡਾਟਾ ਤਾਂ ਆਪਾਂ ਕੋਲ ਬਹੁਤ ਸਾਰਾ ਆ ਹੀ ਜਾ ਰਿਹਾ। ਹੁਣ ਉਸ ਡਾਟਾ ਤੋਂ ਆਪਾਂ ਅਰਥਕੁਏਕ ਕਿਵੇਂ ਪ੍ਰਿਡਿਕਟ ਕਰ ਸਕਦੇ ਹਾਂ। ਤਾਂ ਆਪਾਂ ਉਸ ਡਾਟਾ ਨੂੰ ਨਾ ਮੀਨਿੰਗ ਦੇਣ ਦੀ ਕੋਸ਼ਿਸ਼ ਕੀਤੀ। ਉਹ ਡਾਟਾ ਨੂੰ ਕਿਸੇ ਤਰ੍ਹਾਂ ਇਕੱਠਾ ਜੋੜ ਕੇ ਕਿ ਇੰਨੇ ਹੁਣ ਮੈਗਨੀਟਿਊਡ ਇੰਨਾ ਚੱਲ ਰਿਹਾ ਅਰਥ ਦਾ, ਹੁਣ ਇੱਥੇ ਇਸ ਵੇਲੇ ਇੱਦਾਂ ਮੂਵਮੈਂਟ ਹੋ ਰਹੀ, ਉਹ ਡਾਟਾ ਨੂੰ ਆਪਾਂ ਮੀਨਿੰਗ ਦੇਣ ਦੀ ਕੋਸ਼ਿਸ਼ ਕੀਤੀ। ਤਾਂ ਸ਼ਾਇਦ ਉਹ ਜਦ ਡਾਟਾ ਇੱਦਾਂ ਦਾ ਆਇਆ ਜਦ ਅਰਥਕੁਏਕ ਆਉਣ ਵਾਲਾ ਹੈ ਤਾਂ ਸਿਮੈਂਟਿਕ ਵੈਬ ਟੈਕਨੋਲੋਜੀਜ਼ ਨੂੰ ਦੇਖ ਕੇ ਮੀਨਿੰਗ ਫਾਈਂਡ ਆਊਟ ਕਰਕੇ ਆਪਾਂ ਪ੍ਰਿਡਿਕਟ ਕਰ ਪਾਏ ਕਿ ਅਰਥਕੁਏਕ ਆਉਣ ਵਾਲਾ ਹੈ। ਤਾਂ ਸਿਮੈਂਟਿਕ ਵੈਬ ਟੈਕਨੋਲੋਜੀਜ਼ ਕਿੱਦਾਂ ਯੂਜ਼ਫੁਲ ਨੇ,
ਉਹ ਡਾਟਾ ਨੂੰ ਡਾਟਾ ਨਹੀਂ ਰਹਿਣ ਦਿੰਦੀਆਂ, ਉਹਦੇ ਵਿੱਚੋਂ ਮੀਨਿੰਗ ਡਰਾਈਵ ਕਰਨ ਦੀਆਂ ਕੋਸ਼ਿਸ਼ ਕਰਦੀਆਂ ਨੇ। ਤਾਂ ਸਿਮੈਂਟਿਕ ਵੈਬ ਟੈਕਨੋਲੋਜੀਜ਼ IoT ਵਿੱਚ ਕਿੱਥੇ ਯੂਜ਼ ਹੋ ਸਕਦੀਆਂ ਨੇ, ਜਿੱਥੇ ਆਪਾਂ ਡਾਟਾ ਨੂੰ ਯੂਜ਼ਫੁਲ ਮੀਨਿੰਗਫੁਲ ਡਾਟਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਆਪਣੀ ਕਿਹੜੀ ਟੈਕਨੋਲੋਜੀ ਯੂਜ਼ ਹੋ ਸਕਦੀ ਹੈ, ਸਿਮੈਂਟਿਕ ਵੈਬ ਟੈਕਨੋਲੋਜੀਜ਼। And the last technology is wireless sensor networks. Now this is the basic building block of your IoT. Why? Because IoT ਦਾ basic ਹੀ ਕਿੱਥੋਂ ਸ਼ੁਰੂ ਹੁੰਦਾ ਹੈ, sensors ਤੋਂ। sensors ਕੀ ਕਰਦੇ ਨੇ, ਡਾਟਾ ਹਾਰਨੈਸ ਕਰਦੇ ਨੇ, ਡੇਟਾ ਨੂੰ ਕੈਪਚਰ ਕਰਦੇ ਨੇ, ਉਹਨੂੰ ਹੀ ਪ੍ਰੋਸੈਸ ਕਰਦੇ ਨੇ। ਤਾਂ ਵਾਇਰਲੈਸ ਸੈਂਸਰ ਨੈਟਵਰਕ ਕੀ ਹੁੰਦੇ ਨੇ ਤੁਹਾਡੇ, ਵਾਇਰਲੈਸ ਸੈਂਸਰ ਨੈਟਵਰਕਸ ਵਿੱਚ ਮਤਲਬ ਤੁਸੀਂ ਬਹੁਤ ਸਾਰੇ ਸੈਂਸਰਸ ਅਲੱਗ-ਅਲੱਗ ਜਗ੍ਹਾ 'ਤੇ ਰੱਖੇ ਹੁੰਦੇ ਨੇ ਜੋ ਪੈਰਾਮੀਟਰਸ ਨੂੰ ਸੈਂਸ ਕਰਦੇ ਨੇ, ਤੇ ਫਿਰ ਉਹ ਆਪਸ ਵਿੱਚ ਵਾਇਰਲੈਸਲੀ ਕਮਿਊਨੀਕੇਟ ਕਰਦੇ ਨੇ ਤੇ ਸੈਂਟਰਲ ਪੁਆਇੰਟ ਨੂੰ ਡਾਟਾ ਭੇਜਦੇ ਨੇ। ਤਾਂ ਦਿਸ ਇਜ਼ ਈਜ਼ੀ ਟੂ ਅੰਡਰਸਟੈਂਡ ਬਿਕੋਜ਼ IoT ਇਜ਼ ਮੇਡ ਅਪ ਆਫ ਸੈਂਸਰਸ। ਸੈਂਸਰਸ ਨੇ ਡਾਟਾ ਐਕਸਚੇਂਜ ਕਰਨਾ ਹੈ, ਤੇ ਦਿਸ ਟੈਕਨੋਲੋਜੀ ਵਾਇਰਲੈਸ ਸੈਂਸਰ ਨੈਟਵਰਕਸ ਜੋ ਆਲਰੇਡੀ ਸੈਂਸਰਸ 'ਤੇ ਕੰਮ ਕਰਦੀ ਹੈ, ਜੋ ਆਪਸ ਵਿੱਚ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਨੇ ਵਾਇਰਲੈਸਲੀ, ਉਹ ਯੂਜ਼ਫੁਲ ਹੋ ਸਕਦੀ ਹੈ ਸਾਡੇ IoT ਲਈ। ਸੋ these are the 5 major future technologies which can be helpful for IoT. Thank you.